ਜੰਤੂਆਂ ਵਿੱਚ ਪੋਸ਼ਣ ਨਿਊਟ੍ਰੀਸ਼ਨ ਇਨ ਐਨੀਮਲਸ। ਤੁਸੀਂ ਪਿਛਲੇ ਅਧਿਆਏ ਵਿੱਚ ਪੜ੍ਹਿਆ ਹੈ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਹਨ, ਪਰ ਜੰਤੂ ਨਹੀਂ। ਜੰਤੂ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਪਣਾ ਭੋਜਨ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ। ਜੰਤੂ ਗੁੰਝਲਦਾਰ ਭੋਜਨ ਪਦਾਰਥ ਖਾਂਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਦੇ ਹਨ। ਪੋਸ਼ਕਾਂ ਦੀ ਜ਼ਰੂਰਤ, ਭੋਜਨ ਗ੍ਰਹਿਣ ਕਰਨ ਦੇ ਢੰਗ ਅਤੇ ਸਰੀਰ ਵਿੱਚ ਭੋਜਨ ਦੀ ਵਰਤੋਂ ਦੇ ਢੰਗ ਵੱਖ-ਵੱਖ ਜੰਤੂਆਂ ਵਿੱਚ ਵੱਖ-ਵੱਖ ਹੁੰਦੇ ਹਨ। ਤੁਸੀਂ 6ਵੀਂ ਜਮਾਤ ਵਿੱਚ ਪਹਿਲਾਂ ਹੀ ਪੜ੍ਹ ਚੁੱਕੇ ਹੋ ਕਿ ਭੋਜਨ ਦੀਆਂ ਆਦਤਾਂ ਦੇ ਆਧਾਰ 'ਤੇ ਜੰਤੂ 3 ਪ੍ਰਕਾਰ ਦੇ ਹੁੰਦੇ ਹਨ। ਫਸਟ ਹੈ ਜੀ, ਦੇਖੋ ਇੱਥੇ ਅਸੀਂ ਕੀ ਸਟੱਡੀ ਕਰਨ ਲੱਗੇ ਹਾਂ। ਭੋਜਨ ਦੀਆਂ ਆਦਤਾਂ ਦੇ ਆਧਾਰ 'ਤੇ ਜੰਤੂ ਜੋ ਹੈ ਉਹ 3 ਪ੍ਰਕਾਰ ਦੇ ਵੰਡੇ ਗਏ ਨੇ, ਅਤੇ ਅਸੀਂ ਜੋ ਹੈ ਭੋਜਨ ਦੀ ਜੋ ਆਦਤਾਂ ਨੇ ਉਹਨਾਂ ਦੇ ਆਧਾਰ 'ਤੇ ਜੋ ਹੈ ਜੰਤੂਆਂ ਦੇ ਪ੍ਰਕਾਰ ਪੜ੍ਹਨ ਲੱਗੇ ਹਾਂ। ਹਾਂਜੀ, ਫਸਟ ਹੈ ਜੀ ਸ਼ਾਕਾਹਾਰੀ, ਜਿਨ੍ਹਾਂ ਨੂੰ ਅਸੀਂ ਹਰਬੀਵੋਰਸ ਵੀ ਕਹਿੰਦੇ ਹਾਂ। ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ ਉਹਨਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ, ਜਿਵੇਂ ਗਾਂ, ਹਿਰਨ, ਬੱਕਰੀ, ਮੱਝ ਆਦਿ। ਤਾਂ ਜਿਹੜੇ ਜੰਤੂ ਸਿਰਫ ਪੌਦੇ ਹੀ ਖਾਂਦੇ ਹਨ ਉਹਨਾਂ ਨੂੰ ਅਸੀਂ ਸ਼ਾਕਾਹਾਰੀ ਕਹਿੰਦੇ ਹਾਂ, ਅਤੇ ਇਹਦੇ ਐਗਜ਼ਾਮਪਲਸ ਕੀ ਨੇ? ਗਾਂ ਹੈ, ਹਿਰਨ ਹੈ, ਬੱਕਰੀ ਹੈ, ਮੱਝ ਹੈ। ਹਾਂਜੀ, ਸੈਕਿੰਡ ਹੈ ਜੀ ਮਾਸਾਹਾਰੀ, ਇਹਨਾਂ ਨੂੰ ਅਸੀਂ ਕਾਰਨੀਵੋਰਸ ਵੀ ਕਹਿੰਦੇ ਹਾਂ। ਜਿਹੜੇ ਜੰਤੂ ਕੇਵਲ ਦੂਜੇ ਜੰਤੂਆਂ ਨੂੰ ਖਾਂਦੇ ਹਨ ਉਹਨਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ। ਤਾਂ ਮਾਸਾਹਾਰੀ ਕਾਰਨੀਵੋਰਸ ਕਿਹੜੇ ਨੇ? ਜਿਹੜੇ ਜੰਤੂ ਕੇਵਲ ਦੂਜੇ ਜੰਤੂਆਂ ਨੂੰ ਖਾਂਦੇ ਹਨ ਉਹਨਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ, ਜਿਵੇਂ ਸ਼ੇਰ, ਬਾਘ ਆਦਿ। ਹਾਂਜੀ, ਥਰਡ ਜੋ ਕੈਟੇਗਰੀ ਹੈ ਉਹ ਹੈ ਸਰਬ ਆਹਾਰੀ, ਅਤੇ ਇਸ ਨੂੰ ਅਸੀਂ ਜੋ ਹੈ ਓਮਨੀਵੋਰਸ ਕਹਿੰਦੇ ਹਾਂ। ਜਿਹੜੇ ਜੰਤੂ ਪੌਦੇ ਅਤੇ ਜੰਤੂਆਂ ਦੋਵਾਂ ਨੂੰ ਖਾਂਦੇ ਹਨ, ਯਾਨੀ ਕਿ ਉਹ ਜੰਤੂ ਜਿਹੜੇ ਪੌਦੇ ਵੀ ਖਾਂਦੇ ਹਨ ਅਤੇ ਜੰਤੂਆਂ ਨੂੰ ਵੀ ਖਾਂਦੇ ਹਨ, ਦੋਵਾਂ ਨੂੰ ਖਾਂਦੇ ਹਨ। ਠੀਕ ਹੈ, ਪੌਦੇ ਅਤੇ ਜੰਤੂਆਂ ਦੋਵਾਂ ਨੂੰ ਖਾਂਦੇ ਹਨ, ਉਹਨਾਂ ਜੰਤੂਆਂ ਨੂੰ ਅਸੀਂ ਜੋ ਹੈ ਸਰਬ ਆਹਾਰੀ ਕਹਿੰਦੇ ਹਾਂ। ਠੀਕ ਹੈ, ਜਿਹੜੇ ਜੰਤੂ ਪੌਦੇ ਅਤੇ ਜੰਤੂਆਂ ਦੋਵਾਂ ਨੂੰ ਖਾਂਦੇ ਹਨ ਉਹਨਾਂ ਨੂੰ ਸਰਬ ਆਹਾਰੀ ਕਿਹਾ ਜਾਂਦਾ ਹੈ, ਜਿਵੇਂ ਭਾਲੂ, ਕੁੱਤਾ, ਮਨੁੱਖ ਆਦਿ। ਹਾਂਜੀ, ਇਸ ਤੋਂ ਬਾਅਦ ਸਾਡੇ ਕੋਲ ਜੋ ਟੌਪਿਕ ਹੈ ਉਹ ਹੈ ਜੀ ਭੋਜਨ ਪ੍ਰਾਪਤੀ ਦੇ ਢੰਗ, ਮੋਡਸ ਆਫ ਫੂਡ ਇਨਟੇਕ। ਵੱਖ-ਵੱਖ ਜੰਤੂਆਂ ਵਿੱਚ ਭੋਜਨ ਪ੍ਰਾਪਤੀ ਦੇ ਢੰਗ ਵੀ ਵੱਖ-ਵੱਖ ਹੁੰਦੇ ਹਨ, ਜਿਵੇਂ ਦਾਣੇ ਚੁਗਣ ਅਤੇ ਕੀੜੇ ਖਾਣ ਲਈ ਚਿੜੀ ਦੀ ਛੋਟੀ ਚੁੰਝ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਜੀ ਫਿਗਰ ਦੇ ਵਿੱਚ ਵੀ ਦਾਣੇ ਚੁਗਣ ਅਤੇ ਕੀੜੇ ਖਾਣ ਲਈ ਚਿੜੀ ਦੀ ਜੋ ਹੈ ਇੱਕ ਛੋਟੀ ਜਿਹੀ ਚੁੰਝ ਹੁੰਦੀ ਹੈ। ਇਹ ਜੋ ਹੈ ਭੋਜਨ ਪ੍ਰਾਪਤੀ ਦੇ ਢੰਗ ਦੇ ਅਨੁਸਾਰ ਅਸੀਂ ਜੋ ਹੈ ਵੱਖ-ਵੱਖ ਜੰਤੂਆਂ ਨੂੰ ਮਤਲਬ ਜੋ ਹੈ ਵੰਡਣ ਲੱਗੇ ਹੋਏ ਹਾਂ। ਵੱਖ-ਵੱਖ ਜੰਤੂਆਂ ਵਿੱਚ ਭੋਜਨ ਪ੍ਰਾਪਤੀ ਦੇ ਢੰਗ ਵੀ ਵੱਖ-ਵੱਖ ਹੁੰਦੇ ਹਨ। ਹਾਂਜੀ, ਅਤੇ ਚਿੜੀ ਦੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਹਮਿੰਗ ਬਰਡ, ਇਹ ਜੋ ਹੈ ਇੱਕ ਪੰਛੀ ਹੈ, ਦੇਖ ਸਕਦੇ ਹੋ। ਹਮਿੰਗ ਬਰਡ ਦੀ ਫੁੱਲਾਂ ਦਾ ਪਰਾਗ ਰਸ ਚੂਸਣ ਲਈ ਲੰਬੀ ਅਤੇ ਨਾਲੀਦਾਰ ਚੁੰਝ ਹੁੰਦੀ ਹੈ। ਫਿਗਰ 'ਚ ਅਸੀਂ ਦੇਖ ਸਕਦੇ ਹਾਂ ਰੈੱਡ ਕਲਰ ਦੇ ਵਿੱਚ ਸਾਨੂੰ ਜੋ ਚੁੰਝ ਹੈ ਉਹ ਦਿਖਾਈ ਗਈ ਹੈ। ਤਾਂ ਦੇਖ ਸਕਦੇ ਹੋ ਤੁਸੀਂ ਹਮਿੰਗ ਬਰਡ ਦੀ ਫੁੱਲਾਂ ਦਾ ਪਰਾਗ ਰਸ ਚੂਸਣ ਲਈ ਲੰਬੀ ਅਤੇ ਨਾਲੀਦਾਰ ਚੁੰਝ ਹੁੰਦੀ ਹੈ। ਅਤੇ ਇਵੇਂ ਹੀ ਅਜਗਰ ਵਰਗੇ ਸੱਪ ਆਪਣੇ ਸ਼ਿਕਾਰ ਨੂੰ ਸਾਬਤ ਹੀ ਨਿਗਲ ਜਾਂਦੇ ਹਨ। ਜਿਹੜੇ ਅਜਗਰ ਵਰਗੇ ਸੱਪ ਹੁੰਦੇ ਹਨ ਉਹ ਆਪਣੇ ਸ਼ਿਕਾਰ ਨੂੰ ਸਾਬਤ ਹੀ ਨਿਗਲ ਜਾਂਦੇ ਹਨ। ਹਾਂਜੀ, ਨੈਕਸਟ ਹੈ ਜੀ ਪੋਸ਼ਣ ਦੇ ਢੰਗ, ਅਤੇ ਇੰਗਲਿਸ਼ ਇਸ ਨੂੰ ਅਸੀਂ ਕਹਿੰਦੇ ਹਾਂ ਮੋਡਸ ਆਫ ਨਿਊਟ੍ਰੀਸ਼ਨ। ਅਸੀਂ ਪਿਛਲੇ ਅਧਿਆਏ ਵਿੱਚ ਪੜ੍ਹਿਆ ਸੀ ਕਿ ਜੰਤੂ ਪਰਪੋਸ਼ੀ ਹੁੰਦੇ ਹਨ ਕਿਉਂਕਿ ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਅਤੇ ਇਹ ਪਰਪੋਸ਼ੀ ਅਸੀਂ ਜੋ ਹੈ ਪੜ੍ਹਿਆ ਸੀ ਪਹਿਲਾਂ ਵੀ ਵਰਡ। ਤਾਂ ਪਰਪੋਸ਼ੀ ਦਾ ਮੀਨਿੰਗ ਕੀ ਹੁੰਦਾ ਹੈ ਕਿ ਜੰਤੂ ਜੋ ਹੈ ਉਹ ਪਰਪੋਸ਼ੀ ਹੁੰਦੇ ਹਨ। ਉਹਦਾ ਕਾਰਨ ਕੀ ਹੈ? ਕਿਉਂਕਿ ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ। ਇਹ ਪੋਸ਼ਣ ਵੀ 3 ਤਰ੍ਹਾਂ ਦਾ ਹੁੰਦਾ ਹੈ। ਹਾਂਜੀ, ਫਸਟ ਹੈ ਜੀ ਮ੍ਰਿਤ ਜੀਵੀ ਪੋਸ਼ਣ, ਅਤੇ ਜਿਸ ਨੂੰ ਅਸੀਂ ਕਹਿੰਦੇ ਹਾਂ ਸੈਪਰੋਫਾਈਟਿਕ ਨਿਊਟ੍ਰੀਸ਼ਨ।
ਇਹਦੇ ਵਿੱਚ ਕੀ ਹੈ, ਮ੍ਰਿਤ ਜੀਵੀ ਪੋਸ਼ਣ ਦੌਰਾਨ ਜੰਤੂ ਆਪਣਾ ਪੋਸ਼ਣ ਮ੍ਰਿਤ ਜੀਵਾਂ ਅਤੇ ਗਲੇ ਸੜੇ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ। ਬੱਚਿਓ ਇੱਥੇ ਤੱਕ ਹੀ ਜੋ ਹੈ ਇੰਪੋਰਟੈਂਟ ਲਾਈਨ ਹੈ ਇਹ ਕਿ ਮ੍ਰਿਤ ਜੀਵੀ ਪੋਸ਼ਣ ਦੌਰਾਨ ਜੰਤੂ ਆਪਣਾ ਪੋਸ਼ਣ ਮ੍ਰਿਤ ਜੀਵਾਂ ਅਤੇ ਗਲੇ ਸੜੇ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ। ਯਾਨੀ ਕਿ ਜਿਹੜੇ ਜੋ ਜੀਵ ਨੇ ਮਰ ਚੁੱਕੇ ਨੇ, ਠੀਕ ਹੈ, ਮ੍ਰਿਤ ਹੋ ਗਏ ਨੇ, ਜਾਂ ਫਿਰ ਗਲੇ ਸੜੇ ਪਦਾਰਥ, ਵੀ ਜਿਹੜੇ ਗਲੇ ਸੜੇ ਪਦਾਰਥ ਨੇ ਜਾਂ ਫਿਰ ਜਿਹੜੇ ਜੀਵ ਮ੍ਰਿਤ ਹੋ ਗਏ ਨੇ, ਮਰ ਚੁੱਕੇ ਨੇ, ਉਹਨਾਂ ਤੋਂ ਜਿਹੜੇ ਜੰਤੂ ਆਪਣਾ ਭੋਜਨ ਤਿਆਰ ਕਰਦੇ ਹਨ, ਉਹਨਾਂ ਨੂੰ ਜੋ ਹੈ ਅਸੀਂ ਮ੍ਰਿਤ ਜੀਵੀ ਪੋਸ਼ਣ ਕਹਿੰਦੇ ਹਾਂ। ਠੀਕ ਹੈ, ਮ੍ਰਿਤ ਜੀਵੀ ਪੋਸ਼ਣ ਦੌਰਾਨ ਜੰਤੂ ਆਪਣਾ ਪੋਸ਼ਣ ਮ੍ਰਿਤ ਜੀਵਾਂ, ਮਰੇ ਹੋਏ ਜਾਨਵਰਾਂ ਯਾਨੀ ਕਿ ਜੀਵਾਂ ਤੋਂ ਤੇ ਗਲੇ ਸੜੇ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ। ਉਹ ਐਂਜ਼ਾਈਮਾਂ ਦਾ ਰਿਸਾਵ ਕਰਦੇ ਹਨ ਅਤੇ ਅਕਾਰਬਨਿਕ ਭੋਜਨ ਨੂੰ ਘੁਲਣਸ਼ੀਲ ਕਾਰਬਨਿਕ ਪਦਾਰਥਾਂ ਵਿੱਚ ਬਦਲ ਕੇ ਸੋਖ ਲੈਂਦੇ ਹਨ। ਵੀ ਐਂਜ਼ਾਈਮਾਂ ਦਾ ਰਿਸਾਵ ਕਰਨ ਦੇ ਨਾਲ ਜੋ ਅਕਾਰਬਨਿਕ ਭੋਜਨ ਹੈ ਉਸ ਨੂੰ ਘੁਲਣਸ਼ੀਲ ਕਾਰਬਨਿਕ ਪਦਾਰਥਾਂ ਵਿੱਚ, ਅਕਾਰਬਨਿਕ ਕੀ ਹੁੰਦਾ ਹੈ, ਜਿਹਦੇ ਵਿੱਚ ਕਾਰਬਨ ਨਾਂ ਦਾ ਜੋ ਐਲੀਮੈਂਟ ਹੈ ਉਹ ਨਾ ਹੋਵੇ, ਤੇ ਕਾਰਬਨਿਕ ਕੀ ਹੈ ਵੀ ਜਿਹਦੇ ਵਿੱਚ ਕਾਰਬਨ ਹੋਵੇ। ਹਾਂਜੀ, ਉਹ ਐਂਜ਼ਾਈਮਾਂ ਦਾ ਰਿਸਾਵ ਕਰਦੇ ਹਨ ਅਤੇ ਅਕਾਰਬਨਿਕ ਭੋਜਨ ਨੂੰ ਘੁਲਣਸ਼ੀਲ ਕਾਰਬਨਿਕ ਪਦਾਰਥਾਂ ਵਿੱਚ ਬਦਲ ਕੇ ਸੋਖ ਲੈਂਦੇ ਹਨ। ਇਸ ਤਰ੍ਹਾਂ ਦੇ ਪਾਚਨ ਨੂੰ ਸੈੱਲ ਤੋਂ ਬਾਹਰੀ ਪਾਚਨ ਯਾਨੀ ਕਿ ਐਕਸਟਰਾ ਸੈਲੂਲਰ ਡਾਈਜੈਸ਼ਨ ਕਿਹਾ ਜਾਂਦਾ ਹੈ, ਜਿਵੇਂ ਉੱਲੀ ਅਤੇ ਕੁਝ ਬੈਕਟੀਰੀਆ। ਤੁਸੀਂ ਨੀਚੇ ਦੇਖ ਸਕਦੇ ਹੋ, ਠੀਕ ਹੈ ਜੀ, ਇਹ ਸਾਨੂੰ ਦਿਖਾਇਆ ਗਿਆ ਹੈ ਮ੍ਰਿਤ ਜੀਵੀ ਪੋਸ਼ਣ ਫਿਗਰ ਦੇ ਵਿੱਚ। ਤੇ ਮ੍ਰਿਤ ਜੀਵੀ ਪੋਸ਼ਣ ਦੇ ਜਿਹੜੇ ਐਗਜ਼ਾਮਪਲਸ ਨੇ ਉਹ ਨੇ ਉੱਲੀ ਅਤੇ ਕੁਝ ਬੈਕਟੀਰੀਆ। ਹਾਂਜੀ, ਸੈਕਿੰਡ ਹੈ ਜੀ ਪਰਜੀਵੀ ਪੋਸ਼ਣ ਜਾਂ ਪੈਰਾਸਿਟਿਕ ਨਿਊਟ੍ਰੀਸ਼ਨ। ਅਜਿਹੇ ਪੋਸ਼ਣ ਵਿੱਚ ਪਰਜੀਵੀ ਕਿਸੇ ਹੋਰ ਜੀਵ ਮੇਜ਼ਬਾਨ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ। ਦੇਖੋ, ਜਿਹੜਾ ਪਹਿਲੇ ਵਾਲਾ ਅਸੀਂ ਕੀਤਾ ਹੈ ਸੈਪਰੋਫਾਈਟਿਕ ਨਿਊਟ੍ਰੀਸ਼ਨ ਤੇ ਪੈਰਾਸਾਈਟਿਕ ਨਿਊਟ੍ਰੀਸ਼ਨ, ਹੁਣ ਜਿਹੜਾ ਅਸੀਂ ਕਰਨ ਜਾ ਰਹੇ ਹਾਂ, ਇਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਕੀ ਹੈ ਵੀ ਪਹਿਲੇ ਵਾਲੇ ਦੇ ਵਿੱਚ ਕੀ ਸੀ ਕਿ ਜਿਹੜੇ ਜੰਤੂ ਮ੍ਰਿਤ ਜੀਵਾਂ ਤੋਂ ਯਾਨੀ ਕਿ ਜਿਹੜੇ ਮਰ ਚੁੱਕੇ ਨੇ ਜਾਂ ਫਿਰ ਜੋ ਗਲ ਰਹੇ ਨੇ ਜਾਂ ਜੋ ਸੜ ਰਹੇ ਨੇ ਪਦਾਰਥ, ਉਹਨਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹੁੰਦੇ ਸੀ, ਉਹਨਾਂ ਨੂੰ ਅਸੀਂ ਸੈਪਰੋਫਾਈਟਿਕ ਨਿਊਟ੍ਰੀਸ਼ਨ ਦੇ ਵਿੱਚ ਰੱਖਦੇ ਹੁੰਦੇ ਸੀ। ਬਟ ਇਹ ਜੋ ਹੁਣ ਪੈਰਾਸਿਟਿਕ ਨਿਊਟ੍ਰੀਸ਼ਨ ਹੈ ਇਹ ਸੈਪਰੋਫਾਈਟਿਕ ਤੋਂ ਕਿਵੇਂ ਡਿਫਰੈਂਟ ਹੈ ਵੀ ਇੱਥੇ ਜੋ ਜੀਵ ਤੋਂ ਭੋਜਨ ਪ੍ਰਾਪਤ ਕੀਤਾ ਜਾ ਰਿਹਾ ਹੈ, ਯਾਨੀ ਕਿ ਜਿਸ ਤੋਂ ਮਤਲਬ ਇਹ ਜੰਤੂ ਭੋਜਨ ਪ੍ਰਾਪਤ ਕਰ ਰਹੇ ਨੇ, ਉਹਦਾ ਮਰਿਆ ਹੋਣਾ ਜ਼ਰੂਰੀ ਨਹੀਂ ਹੈ। ਜਿਹੜਾ ਪਹਿਲੇ ਵਾਲਾ ਸੀ ਸੈਪਰੋਫਾਈਟਿਕ, ਉਹਦੇ ਵਿੱਚ ਮ੍ਰਿਤ ਜੀਵਾਂ ਤੋਂ ਭੋਜਨ ਪ੍ਰਾਪਤ ਕੀਤਾ ਜਾ ਰਿਹਾ ਸੀ, ਤੇ ਜਿਹੜਾ ਇਹ ਪੈਰਾਸਾਈਟਿਕ ਨਿਊਟ੍ਰੀਸ਼ਨ ਹੈ ਇਹਦੇ ਵਿੱਚ ਜਿਹੜਾ ਜੀਵ ਜਿਸ ਤੋਂ ਭੋਜਨ ਪ੍ਰਾਪਤ ਕੀਤਾ ਜਾ ਰਿਹਾ ਹੈ ਦੂਜੇ ਜੰਤੂ ਦੇ ਦੁਆਰਾ, ਤੇ ਜੋ ਜੀਵ ਹੈ ਉਹ ਮਰਿਆ ਹੋਇਆ ਨਹੀਂ ਹੈ। ਇਹਦੇ ਐਗਜ਼ਾਮਪਲ ਕਿਵੇਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਜਿਵੇਂ ਜੂਆਂ ਹੁੰਦੀਆਂ ਨੇ, ਠੀਕ ਹੈ, ਸਾਡੇ ਸਿਰ ਦੇ ਵਿੱਚ ਕਈ ਵਾਰ ਜੂਆਂ ਪੈ ਜਾਂਦੀਆਂ ਨੇ, ਇਵੇਂ ਹੀ ਜਾਨਵਰਾਂ ਨੂੰ ਵੀ ਜੂਆਂ ਮਤਲਬ ਜੋ ਹੈ ਪੈ ਜਾਂਦੀਆਂ ਨੇ। ਤੇ ਜੂਆਂ ਕੀ ਕਰਦੀਆਂ ਨੇ, ਸਾਡਾ ਜੋ ਹੈ ਸਾਡੇ ਵਾਲਾਂ ਦੇ ਵਿੱਚ ਯਾਨੀ ਕਿ ਕੇਸਾਂ ਦੇ ਵਿੱਚ ਰਹਿ ਕੇ ਉਹ ਆਪਣਾ ਭੋਜਨ ਪ੍ਰਾਪਤ ਕਰਦੀਆਂ ਰਹਿੰਦੀਆਂ ਨੇ, ਪਰ ਸਾਨੂੰ ਮਾਰਦੀਆਂ ਨਹੀਂ ਨੇ, ਵੀ ਅਸੀਂ ਕੋਈ ਮਰ ਨਹੀਂ ਚੁੱਕੇ ਹਾਂ। ਠੀਕ ਹੈ, ਤੁਸੀਂ ਸਮਝ ਰਹੇ ਹੋ ਨਾ ਇਸ ਗੱਲ ਨੂੰ। ਵੀ ਜਿਹੜਾ ਪੈਰਾਸਿਟਿਕ ਨਿਊਟ੍ਰੀਸ਼ਨ ਹੈ ਇਹਦੇ ਵਿੱਚ ਜੰਤੂ ਜਿਸ ਜੀਵ ਤੋਂ ਭੋਜਨ ਪ੍ਰਾਪਤ ਕਰੇਗਾ ਤੇ ਉਹ ਜੀਵ ਜੋ ਹੈ ਮਰਿਆ ਹੋਇਆ ਨਹੀਂ ਹੈ। ਠੀਕ ਹੈ, ਸੈਪਰੋਫਾਈਟਿਕ ਨਿਊਟ੍ਰੀਸ਼ਨ ਦੇ ਵਿੱਚ ਜਿਸ ਜੀਵ ਤੋਂ ਭੋਜਨ ਪ੍ਰਾਪਤ ਕੀਤਾ ਜਾ ਰਿਹਾ ਸੀ ਉਹ ਮਰਿਆ ਹੋਇਆ ਸੀ ਜਾਂ ਫਿਰ ਉਹ ਗਲ ਸੜ ਰਿਹਾ ਸੀ ਪਦਾਰਥ। ਹਾਂਜੀ, ਅਜਿਹੇ ਪੋਸ਼ਣ ਵਿੱਚ ਪਰਜੀਵੀ ਕਿਸੇ ਹੋਰ ਜੀਵ ਮੇਜ਼ਬਾਨ ਦੇ ਸਰੀਰ ਤੋਂ ਪੋਸ਼ਣ ਪ੍ਰਾਪਤ ਕਰਦੇ ਹਨ। ਅਜਿਹੇ ਪਰਜੀਵੀ ਦੂਜੇ ਜੀਵ ਦੇ ਸਰੀਰ ਉੱਤੇ, ਯਾਨੀ ਕਿ ਜਿਹੜਾ ਇਹ ਵਾਲਾ ਪੈਰਾਸਿਟਿਕ ਨਿਊਟ੍ਰੀਸ਼ਨ ਹੈ ਇਹਦੇ ਵਿੱਚ ਪਰਜੀਵੀ ਦੂਜੇ ਜੀਵ ਦੇ ਸਰੀਰ ਉੱਤੇ ਬਾਹਰੀ ਪਰਜੀਵੀ ਜਿਵੇਂ ਕਿ ਜੂਆਂ, ਜੋਕ ਜਾਂ ਸਰੀਰ ਦੇ ਅੰਦਰੂਨੀ ਪਰਜੀਵੀ ਵੀ ਰਹਿ ਸਕਦੇ ਹਨ, ਜਿਵੇਂ ਕਿ ਗੋਲ ਕਿਰਮ, ਫੀਤਾ ਕਿਰਮ ਆਦਿ। ਇਹ ਤੁਸੀਂ ਨੀਚੇ ਜੋ ਹੈ ਗੋਲ ਕਿਰਮ ਤੇ ਫੀਤਾ ਕਿਰਮ ਦੇਖ ਸਕਦੇ ਹੋ ਐਗਜ਼ਾਮਪਲਸ। ਜੂਆਂ ਤੇ ਜੋਕ, ਇਹਦਾ ਜੋ ਹੈ ਜੋ ਜੋਕ ਸਾਡੇ ਸਰੀਰ ਤੇ ਚਿਮੜ ਕੇ ਜੋ ਹੈ ਖੂਨ ਚੂਸਦੇ ਹਨ, ਵੈਸੇ ਬੈਸਟ ਐਗਜ਼ਾਮਪਲਸ ਨੇ ਪਰਜੀਵੀ ਪੋਸ਼ਣ ਯਾਨੀ ਕਿ ਜਿਹੜਾ ਇਹ ਪੈਰਾਸਿਟਿਕ ਨਿਊਟ੍ਰੀਸ਼ਨ ਹੈ। ਇਹ ਜਿਸ ਜੀਵ ਤੇ ਜੂਆਂ ਤੇ ਜੋਂਕ ਚਿਮੜ ਜਾਂਦੇ ਨੇ
ਉਸ ਨੂੰ ਮਤਲਬ ਮਾਰੇ ਬਗੈਰ ਜੋ ਹੈ ਆਪਣਾ ਭੋਜਨ ਜੋ ਹੈ ਉਹ ਪ੍ਰਾਪਤ ਕਰਦੇ ਰਹਿੰਦੇ ਨੇ। ਠੀਕ ਹੈ ਕਿ ਨੁਕਸਾਨ ਪਹੁੰਚਾ ਸਕਦੇ ਨੇ, ਪਰ ਜੋ ਨੀਚੇ ਵਾਲਾ ਜੀਵ ਹੈ ਉਹ ਮਰਿਆ ਹੋਇਆ ਨਹੀਂ ਹੈ, ਉਹ ਜਿੰਦਾ ਹੈ, ਯਾਨੀ ਕਿ ਉਹ ਜੀਵਿਤ ਹੈ। ਹਾਂਜੀ, ਥਰਡ ਹੈ ਜੀ ਪ੍ਰਾਣੀਵਤ ਪੋਸ਼ਣ, ਜਿਸ ਨੂੰ ਅਸੀਂ ਹੋਲੋਜ਼ੋਇਕ ਨਿਊਟ੍ਰੀਸ਼ਨ ਵੀ ਕਹਿੰਦੇ ਹਾਂ। ਇਸ ਪ੍ਰਕਾਰ ਦੇ ਪੋਸ਼ਣ ਦੌਰਾਨ ਗੁੰਝਲਦਾਰ ਭੋਜਨ ਸਰੀਰ ਅੰਦਰ ਲਿਜਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਐਂਜ਼ਾਈਮਾਂ ਦੀ ਸਹਾਇਤਾ ਨਾਲ ਸਧਾਰਨ ਘੁਲਣਸ਼ੀਲ ਯੌਗਿਕਾਂ ਵਿੱਚ ਤੋੜਿਆ ਜਾਂਦਾ ਹੈ, ਜਿਨ੍ਹਾਂ ਨੂੰ ਸਰੀਰ ਦੁਆਰਾ ਸੋਖ ਲਿਆ ਜਾਂਦਾ ਹੈ, ਜਿਵੇਂ ਅਮੀਬਾ, ਮਨੁੱਖ ਆਦਿ। ਤਾਂ ਪ੍ਰਾਣੀਵਤ ਪੋਸ਼ਣ ਹੋਲੋਜ਼ੋਇਕ ਨਿਊਟ੍ਰੀਸ਼ਨ ਦੇ ਵਿੱਚ ਕੀ ਹੈ ਕਿ ਇਸ ਪ੍ਰਕਾਰ ਦੇ ਪੋਸ਼ਣ ਦੌਰਾਨ ਜੋ ਗੁੰਝਲਦਾਰ ਭੋਜਨ ਹੈ ਉਸ ਨੂੰ ਸਰੀਰ ਦੇ ਅੰਦਰ ਲਿਜਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਐਂਜ਼ਾਈਮਾਂ ਦੀ ਸਹਾਇਤਾ ਨਾਲ ਸਧਾਰਨ ਘੁਲਣਸ਼ੀਲ ਯੌਗਿਕਾਂ ਵਿੱਚ ਤੋੜਿਆ ਜਾਂਦਾ ਹੈ, ਜਿਨ੍ਹਾਂ ਨੂੰ ਸਰੀਰ ਦੁਆਰਾ ਸੋਖ ਲਿਆ ਜਾਂਦਾ ਹੈ। ਤੇ ਇਹਦੇ ਐਗਜ਼ਾਮਪਲਸ ਕੀ ਨੇ? ਅਮੀਬਾ ਤੇ ਮਨੁੱਖ ਆਦਿ। ਅਸੀਂ ਵੀ ਜੋ ਹੈ ਯਾਨੀ ਕਿ ਜੋ ਮਨੁੱਖ ਨੇ ਹੋਲੋਜ਼ੋਇਕ ਨਿਊਟ੍ਰੀਸ਼ਨ ਯਾਨੀ ਕਿ ਪ੍ਰਾਣੀਵਤ ਪੋਸ਼ਣ ਦੇ ਕੈਟੇਗਰੀ ਦੇ ਵਿੱਚ ਆਉਂਦੇ ਹਾਂ। ਹਾਂਜੀ, ਨੈਕਸਟ ਹੈ ਜੀ ਮਨੁੱਖ ਵਿੱਚ ਪੋਸ਼ਣ, ਨਿਊਟ੍ਰੀਸ਼ਨ ਇਨ ਹਿਊਮਨ ਬੀਇੰਗਸ। ਮਨੁੱਖ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਉੱਪਰ ਨਿਰਭਰ ਕਰਦਾ ਹੈ। ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਵੱਖ-ਵੱਖ ਪੜਾਅ ਹੇਠ ਲਿਖੇ ਅਨੁਸਾਰ ਹਨ। ਹੁਣ ਤੁਸੀਂ ਦੇਖਿਆ ਹੋਣਾ ਮਨੁੱਖਾਂ ਵਿੱਚ ਅਸੀਂ ਦੋ ਕੈਟੇਗਰੀਜ਼ ਦੇ ਵਿੱਚ ਮਨੁੱਖਾਂ ਨੂੰ ਡਿਵਾਈਡ ਕੀਤਾ ਹੁੰਦਾ ਹੈ ਵੀ ਇੱਕ ਤਾਂ ਜਿਹੜੇ ਵੈਜੀਟੇਰੀਅਨ ਹੁੰਦੇ ਹਨ, ਜਿਹੜੇ ਬਸ ਹਰੀ ਸਬਜ਼ੀਆਂ ਖਾਣ ਵਾਲੇ ਹੁੰਦੇ ਹਨ। ਠੀਕ ਹੈ, ਤਾਂ ਮਨੁੱਖ ਜੋ ਹੈ ਭੋਜਨ ਲਈ ਪੌਦਿਆਂ, ਤੇ ਪੌਦਿਆਂ ਦਾ ਮਤਲਬ ਕੀ ਹੈ ਵੀ ਜਿਹੜੇ ਸਿਰਫ ਪਲਾਂਟਸ ਵਗੈਰਾ ਖਾਂਦੇ ਹਨ ਉਹਨਾਂ ਨੂੰ ਅਸੀਂ ਵੈਜੀਟੇਰੀਅਨ ਕਹਿ ਦਿੰਦੇ ਹਾਂ। ਤੇ ਦੂਜਾ ਕੀ ਹੈ, ਮਨੁੱਖ ਭੋਜਨ ਲਈ ਪੌਦਿਆਂ ਅਤੇ ਜੰਤੂਆਂ, ਜਿਹੜੇ ਫਿਰ ਜੰਤੂ ਵੀ ਖਾਂਦੇ ਹੈ ਉਹਨਾਂ ਨੂੰ ਅਸੀਂ ਨੋਨ ਵੈਜੀਟੇਰੀਅਨ ਕਹਿ ਦਿੰਦੇ ਹਾਂ। ਠੀਕ ਹੈ ਜੀ। ਹਾਂਜੀ, ਹੁਣ ਅਸੀਂ ਸਟੱਡੀ ਕਰਨਾ ਹੈ ਵੀ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਵੱਖ-ਵੱਖ ਪੜਾਵ ਹੇਠ ਲਿਖੇ ਅਨੁਸਾਰ ਹਨ। ਵੀ ਮਨੁੱਖ ਵਿੱਚ ਜੋ ਪੋਸ਼ਣ ਹੈ ਯਾਨੀ ਕਿ ਨਿਊਟ੍ਰੀਸ਼ਨ ਇਨ ਹਿਊਮਨ ਬੀਇੰਗਸ ਹੈ, ਵੀ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਕਿਹੜੇ-ਕਿਹੜੇ ਪੜਾਵ ਨੇ ਉਹ ਅਸੀਂ ਸਟੱਡੀ ਕਰਨੇ ਨੇ। ਹਾਂਜੀ, ਪਹਿਲਾ ਪੜਾਵ ਹੈ ਜੀ ਭੋਜਨ ਨੂੰ ਗ੍ਰਹਿਣ ਕਰਨਾ। ਤੇ ਭੋਜਨ ਨੂੰ ਗ੍ਰਹਿਣ ਕਰਨਾ ਨੂੰ ਇੰਗਲਿਸ਼ 'ਚ ਕਿਹਾ ਜਾਂਦਾ ਹੈ ਇੰਜੈਸ਼ਨ। ਭੋਜਨ ਨੂੰ ਸਰੀਰ ਅੰਦਰ ਲੈ ਕੇ ਜਾਣ ਦੀ ਕਿਰਿਆ ਨੂੰ ਭੋਜਨ ਗ੍ਰਹਿਣ ਕਰਨਾ ਕਹਿੰਦੇ ਹਨ। ਦੰਦ ਭੋਜਨ ਨੂੰ ਚਬਾਉਣ ਵਿੱਚ ਸਹਾਇਤਾ ਕਰਦੇ ਹਨ। ਤਾਂ ਇਹ ਸਿੰਪਲ ਜਿਹਾ ਹੀ ਹੈ ਵੀ ਭੋਜਨ ਨੂੰ ਸਰੀਰ ਅੰਦਰ ਲੈ ਕੇ ਜਾਣ ਦੀ ਕਿਰਿਆ ਨੂੰ ਭੋਜਨ ਗ੍ਰਹਿਣ ਕਰਨਾ ਕਹਿੰਦੇ ਹਨ ਤੇ ਦੰਦ ਭੋਜਨ ਨੂੰ ਚਬਾਉਣ ਵਿੱਚ ਸਹਾਇਤਾ ਕਰਦੇ ਹਨ। ਸੈਕਿੰਡ ਹੈ ਜੀ ਪਾਚਨ, ਜਾਂ ਫਿਰ ਇਸ ਨੂੰ ਇੰਗਲਿਸ਼ 'ਚ ਕਿਹਾ ਜਾਂਦਾ ਹੈ ਡਾਈਜੈਸ਼ਨ। ਪਾਚਨ ਅਜਿਹੀ ਜੈਵ ਪ੍ਰਕਿਰਿਆ ਹੈ ਜਿਸ ਦੌਰਾਨ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਿਆ ਜਾਂਦਾ ਹੈ। ਹੁਣੇ ਅਸੀਂ ਹੋਲੋਜ਼ੋਇਕ ਨਿਊਟ੍ਰੀਸ਼ਨ ਦੇ ਵਿੱਚ ਜਿਹੜਾ ਪੜ੍ਹਿਆ ਹੈ ਇਹੀ ਚੀਜ਼ ਸੀ ਕਿ ਜਿਹੜਾ ਪਾਚਨ ਹੈ ਅਜਿਹੀ ਜੈਵ ਪ੍ਰਕਿਰਿਆ ਹੈ ਜਿਸ ਦੌਰਾਨ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਿਆ ਜਾਂਦਾ ਹੈ। ਰਸਾਇਣ ਜੋ ਕਿ ਸਾਡੇ ਸਰੀਰ ਅੰਦਰ ਰਿਸਦੇ ਹਨ, ਜੋ ਇਸ ਪਾਚਨ ਕਿਰਿਆ ਵਿੱਚ ਸਹਾਇਕ ਹੁੰਦੇ ਹਨ, ਨੂੰ ਐਂਜ਼ਾਈਮ ਕਹਿੰਦੇ ਹਨ। ਵੀ ਜਿਹੜੇ ਰਸਾਇਣ ਇਸ ਕਿਰਿਆ ਨੂੰ ਕਰਦੇ ਨੇ, ਇਸ ਕਿਰਿਆ ਤੋਂ ਮਤਲਬ ਕੀ ਹੈ, ਇਸ ਪਾਚਨ ਕਿਰਿਆ ਤੋਂ ਮਤਲਬ ਕੀ ਹੈ, ਜਿਹੜੇ ਗੁੰਝਲਦਾਰ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਦੇ ਹਨ, ਤੇ ਜਿਹੜੇ ਰਸਾਇਣ ਇਸ ਪਾਚਨ ਕਿਰਿਆ ਦੇ ਵਿੱਚ ਸਹਾਇਕ ਹੁੰਦੇ ਹਨ ਉਹਨਾਂ ਨੂੰ ਅਸੀਂ ਐਂਜ਼ਾਈਮ ਕਹਿੰਦੇ ਹਾਂ। ਭੋਜਨ ਦਾ ਪਾਚਨ ਮੂੰਹ ਖੋੜ ਦੇ ਅੰਦਰ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਛੋਟੀ ਆਂਦਰ ਵਿੱਚ ਪੂਰਾ ਹੁੰਦਾ ਹੈ। ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਵਾਂਗਾ ਵੀ ਜੋ ਛੋਟੀ ਆਂਦਰ ਹੈ ਉਹ ਕਿੱਥੇ ਹੈ। ਹਾਂਜੀ, ਥਰਡ ਹੈ ਜੀ ਸੋਖਣ ਐਬਜ਼ੋਰਪਸ਼ਨ। ਇਹ ਅਸੀਂ ਜੋ ਭੋਜਨ ਪ੍ਰਾਪਤ ਕਰਨ ਦੀ ਕਿਰਿਆ ਦੇ ਵੱਖ-ਵੱਖ ਪੜਾਅ ਹਨ ਉਹ ਅਸੀਂ ਜੋ ਹੈ ਸਟੱਡੀ ਕਰ ਰਹੇ ਹਾਂ। ਹਾਂਜੀ, ਥਰਡ ਹੈ ਜੀ ਸੋਖਣ ਜਾਂ ਫਿਰ ਐਬਜ਼ੋਰਪਸ਼ਨ। ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ਰਾਹੀਂ ਸੋਖ ਲਿਆ ਜਾਂਦਾ ਹੈ। ਜਿਹੜਾ ਭੋਜਨ ਪਚ ਗਿਆ ਹੈ, ਠੀਕ ਹੈ, ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ਰਾਹੀਂ ਸੋਖ ਲਿਆ ਜਾਂਦਾ ਹੈ ਅਤੇ ਲਹੂ ਵਿੱਚ ਭੇਜਿਆ ਜਾਂਦਾ ਹੈ। ਹਾਂਜੀ, ਫੋਰਥ ਹੈ ਜੀ ਸਵੈ ਅੰਗੀਕਰਨ ਜਾਂ ਫਿਰ ਐਸੀਮੀਲੇਸ਼ਨ। ਇਸ ਪ੍ਰਕਿਰਿਆ ਦੌਰਾਨ ਸੋਖੇ ਹੋਏ ਭੋਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲੋਂ ਵਾਧੇ ਅਤੇ ਰੱਖ ਰਖਾਵ ਲਈ ਕੀਤੀ ਜਾਂਦੀ ਹੈ। ਯਾਨੀ ਕਿ ਜੋ ਹੁਣ ਅਸੀਂ
ਭੋਜਨ ਨੂੰ ਸੋਖ ਲਿਆ ਹੈ, ਹੁਣ ਉਸ ਤੋਂ ਅਸੀਂ ਸਾਡੀ ਬੋਡੀ ਨੇ ਗਰੋ ਕਰਨਾ ਹੈ, ਠੀਕ ਹੈ, ਯਾਨੀ ਕਿ એનર્ਜੀ ਓਬਟੇਨ ਕਰਕੇ ਸਾਡੀ ਬੋਡੀ ਨੇ ਗਰੋ ਕਰਨਾ ਹੈ। ਤੇ ਜੋ ਮੇਨਟੇਨੈਂਸ ਸਾਡੀ ਬੋਡੀ ਨੂੰ ਚਾਹੀਦੀ ਹੈ, ਜੋ એનર્ਜੀ ਜੋ ਚਾਹੀਦੀ ਹੈ, ਉਹ ਐਸੀਮੀਲੇਸ਼ਨ ਦੇ ਦੌਰਾਨ ਹੁੰਦੀ ਹੈ। ਸਵੈ ਅੰਗੀਕਰਨ ਐਸੀਮੀਲੇਸ਼ਨ ਦੇ ਵਿੱਚ ਕੀ ਹੈ, ਇਸ ਪ੍ਰਕਿਰਿਆ ਦੌਰਾਨ ਸੌਖੇ ਹੋਏ ਭੋਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਭਾਗਾਂ ਵੱਲੋਂ ਵਾਧੇ ਯਾਨੀ ਕਿ ਗਰੋਥ ਵਾਸਤੇ, ਠੀਕ ਹੈ, ਅਤੇ ਰੱਖ ਰਖਾਵ ਕੀ ਹੈ, ਮੇਨਟੇਨੈਂਸ, ਯਾਨੀ ਕਿ ਵੀ ਸਾਰੇ ਬੋਡੀ ਦੇ ਜੋ ਫੰਕਸ਼ਨਸ ਨੇ ਉਹ ਪ੍ਰੋਪਰਲੀ ਜੋ ਹੈ ਵਰਕ ਕਰਦੇ ਰਹਿਣ, ਮੇਨਟੇਨ ਮਤਲਬ ਜੋ ਹੈ ਰਹਿਣ, ਠੀਕ ਹੈ, ਅਤੇ ਰੱਖ ਰਖਾਵ ਲਈ ਕੀਤੀ ਜਾਂਦੀ ਹੈ। ਹਾਂਜੀ, 5th ਹੈ ਜੀ ਨਿਕਾਸ ਜਾਂ ਫਿਰ ਇਜੈਸ਼ਨ। ਅਣਪਚਿਆ ਭੋਜਨ ਨਲੀ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਮਲ ਨਿਕਾਸ ਕਹਿੰਦੇ ਹਨ। ਜਿਹੜਾ ਭੋਜਨ ਪਚਿਆ ਨਹੀਂ ਹੈ ਯਾਨੀ ਕਿ ਅਣਪਚਿਆ ਹੋਇਆ ਹੈ, ਉਹ ਜੋ ਹੈ ਭੋਜਨ ਨਲੀ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਇਸ ਪ੍ਰਕਿਰਿਆ ਨੂੰ ਜੋ ਹੈ ਮਲ ਨਿਕਾਸ ਜੋ ਹੈ ਕਹਿੰਦੇ ਹਨ। ਇਹ ਤੁਸੀਂ ਡਾਇਗਰਾਮ ਦੇਖ ਸਕਦੇ ਹੋ ਜੀ। ਇਹ ਡਾਇਗਰਾਮ ਜੋ ਹੈ ਇਹ ਮਨੁੱਖੀ ਪਾਚਨ ਪ੍ਰਣਾਲੀ ਦਾ ਹੈ ਤੇ ਮਨੁੱਖੀ ਪਾਚਨ ਪ੍ਰਣਾਲੀ ਨੂੰ ਜੋ ਹੈ ਅਸੀਂ ਹਿਊਮਨ ਡਾਈਜੈਸਟਿਵ ਸਿਸਟਮ ਵੀ ਕਹਿੰਦੇ ਹਾਂ। ਹਾਂਜੀ, ਮਨੁੱਖੀ ਪਾਚਨ ਪ੍ਰਣਾਲੀ ਦੇ ਹੇਠ ਲਿਖੇ ਭਾਗ ਹੁੰਦੇ ਹਨ: ਮੂੰਹ ਅਤੇ ਮੂੰਹ ਖੋੜ, ਮਾਊਥ ਐਂਡ ਬੁੱਕਲ ਕੈਵਿਟੀ। ਮਨੁੱਖੀ ਸਰੀਰ ਅੰਦਰ ਇੱਕ ਲੰਬੀ ਭੋਜਨ ਨਲੀ ਹੁੰਦੀ ਹੈ। ਇਹ ਨਲੀ ਮੂੰਹ ਤੋਂ ਸ਼ੁਰੂ ਹੋ ਕੇ ਗੁੱਦਾ ਤੱਕ ਜਾਂਦੀ ਹੈ। ਤੇ ਮਨੁੱਖੀ ਸਰੀਰ ਅੰਦਰ ਇੱਕ ਲੰਬੀ ਭੋਜਨ ਨਲੀ ਹੁੰਦੀ ਹੈ ਜੀ, ਤੁਸੀਂ ਦੇਖ ਸਕਦੇ ਹੋ। ਇਹ ਨਲੀ ਮੂੰਹ ਤੋਂ ਸ਼ੁਰੂ ਹੋ ਕੇ ਗੁੱਦਾ ਤੱਕ ਜਾਂਦੀ ਹੈ। ਇਸ ਵਿੱਚ ਮੌਜੂਦ ਐਂਜ਼ਾਈਮਾਂ ਰਾਹੀਂ ਗੁੰਝਲਦਾਰ ਭੋਜਨ ਨੂੰ ਸਰਲ ਅਣੂਆਂ ਵਿੱਚ ਤੋੜਿਆ ਜਾਂਦਾ ਹੈ। ਫਿਰ ਇਹ ਸਰਲ ਅਣੂ ਲਹੂ ਰਾਹੀਂ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਲਿਜਾਏ ਜਾਂਦੇ ਹਨ। ਭੋਜਨ ਮੂੰਹ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਫਿਰ ਇਹ ਮੂੰਹ ਖੋੜ ਵਿੱਚ ਪਹੁੰਚਦਾ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੇ ਦੰਦਾਂ ਨਾਲ ਭੋਜਨ ਚਬਾਇਆ ਜਾਂਦਾ ਹੈ ਅਤੇ ਇਸ ਵਿੱਚ ਲਾਰ ਯਾਨੀ ਕਿ ਸਲਾਈਵਾ, ਲਾਰ ਨੂੰ ਜੋ ਹੈ ਇੰਗਲਿਸ਼ ਦੇ ਵਿੱਚ ਸਲਾਈਵਾ ਕਿਹਾ ਜਾਂਦਾ ਹੈ। ਸਲਾਈਵਾ ਯਾਨੀ ਕਿ ਲਾਰ ਮਿਲ ਜਾਂਦੀ ਹੈ। ਮੂੰਹ ਵਿੱਚ ਲਾਰ ਰਸ ਲਾਰ ਗ੍ਰੰਥੀਆਂ ਦੁਆਰਾ ਪੈਦਾ ਕੀਤਾ ਜਾਂਦਾ ਹੈ। ਤਾਂ ਇਹ ਕੁਐਸਚਨ ਆ ਸਕਦਾ ਹੈ ਜੀ, ਲਾਰ ਰਸ ਮੂੰਹ ਦੇ ਵਿੱਚ ਕਿੱਥੋਂ ਜੋ ਹੈ ਆਉਂਦਾ ਹੈ? ਮੂੰਹ ਵਿੱਚ ਲਾਰ ਰਸ ਲਾਰ ਗ੍ਰੰਥੀਆਂ ਦੁਆਰਾ ਪੈਦਾ ਕੀਤਾ ਜਾਂਦਾ ਹੈ, ਜਿਸ ਵਿੱਚ ਅਮਾਈਲੇਜ਼, ਇਹ ਜੋ ਹੈ ਕਾਫੀ ਇੰਪੋਰਟੈਂਟ ਹੈ ਵੀ ਜਿਸ ਵਿੱਚ ਅਮਾਈਲੇਜ਼, ਸੈਲੀਵਰੀ ਅਮਾਈਲੇਜ਼, ਇੱਥੇ ਸੈਲੀਵਰ ਲਿਖਿਆ ਹੋਇਆ ਹੈ, ਵੈਸੇ ਇਸ ਦਾ ਜੋ ਕਰੈਕਟ ਨੇਮ ਹੈ ਉਹ ਸੈਲੀਵਰੀ ਹੈ। ਸੈਲੀਵਰੀ ਅਮਾਈਲੇਜ਼ ਨਾਂ ਦਾ ਐਂਜ਼ਾਈਮ ਹੁੰਦਾ ਹੈ ਜੋ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ। ਤਾਂ ਇਹ ਮੂੰਹ ਦੇ ਵਿੱਚ ਜੋ ਲਾਰ ਹੁੰਦਾ ਹੈ ਸਾਡੇ, ਉਸ ਲਾਰ ਦੇ ਵਿੱਚ ਯਾਨੀ ਕਿ ਜੋ ਲਾਰ ਰਸ ਹੈ, ਉਸ ਲਾਰ ਰਸ ਦੇ ਵਿੱਚ ਬੱਚਿਓ ਇੱਕ ਪਹਿਲਾ ਜੋ ਐਂਜ਼ਾਈਮ ਹੈ ਉਸ ਦਾ ਨਾਂ ਹੈ ਸੈਲੀਵਰੀ ਅਮਾਈਲੇਜ਼। ਤਾਂ ਇੱਥੋਂ ਯਾਨੀ ਕਿ ਲਾਰ ਰਸ ਤੋਂ ਹੀ ਜੋ ਹੈ ਮੂੰਹ ਦੇ ਵਿੱਚ ਹੀ ਇਹ ਐਂਜ਼ਾਈਮਸ ਆਪਣਾ ਜੋ ਫੰਕਸ਼ਨ ਹੈ ਯਾਨੀ ਕਿ ਆਪਣਾ ਜੋ ਕਾਰਜ ਹੈ ਉਹ ਕਰਨਾ ਸਟਾਰਟ ਕਰ ਦਿੰਦੇ ਹਨ। ਤੇ ਪਹਿਲਾ ਜੋ ਐਂਜ਼ਾਈਮ ਜੋ ਆਪਣਾ ਕਾਰਜ ਕਰਦਾ ਹੈ ਮਤਲਬ ਭੋਜਨ ਨੂੰ ਪਚਾਉਣ ਦੇ ਵਿੱਚ, ਉਸ ਐਂਜ਼ਾਈਮ ਦਾ ਨਾਂ ਹੈ ਸੈਲੀਵਰੀ ਅਮਾਈਲੇਜ਼। ਲਾਰ ਦੇ ਵਿੱਚ ਯਾਨੀ ਕਿ ਸਲਾਈਵਾ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦਾ ਹੈ ਤੇ ਇਹਦਾ ਕਾਰਜ ਕੀ ਹੈ? ਇਹਦਾ ਕਾਰਜ ਹੈ ਵੀ ਜੋ ਭੋਜਨ ਦੇ ਵਿੱਚ ਜੋ ਸਟਾਰਚ ਹੈ ਉਸ ਨੂੰ ਖੰਡ ਵਿੱਚ ਬਦਲ ਦੇਣਾ, ਜਿਸ ਵਿੱਚ ਅਮਾਈਲੇਜ਼, ਸੈਲੀਵਰੀ ਅਮਾਈਲੇਜ਼ ਨਾਂ ਦਾ ਐਂਜ਼ਾਈਮ ਹੁੰਦਾ ਹੈ ਜੋ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ। ਜੀਭ ਭੋਜਨ ਨੂੰ ਇਕੱਠਾ ਕਰਕੇ ਅੰਨ ਨਲੀ ਵਿੱਚ ਧੱਕ ਦਿੰਦੀ ਹੈ।